ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਪੇਸ਼ ਹੋਈਆਂ ਲੈ ਕੇ ਰਾਜੇ ਕਲਾਸ ਆਪਣੀ ਡੇਲੀ ਕਰੰਟ ਅਫੇਅਰ ਦੀ, ਜਿਹਦੇ ਵਿੱਚ ਆਪਾਂ ਕਵਰ ਕਰਾਂਗੇ 9 ਮਈ ਦੇ ਬੈਸਟ ਕਰੰਟ ਅਫੇਅਰ। ਤੇ ਮਾਫੀ ਚਾਹੁੰਦੇ ਆ ਰਾਜੇ, ਕਲਾਸ ਥੋੜੀ ਜਿਹੀ ਲੇਟ ਮਿਲ ਰਹੀ ਹੈ। ਐਕਚੁਅਲੀ ਵਰਕਲੋਡ ਜ਼ਿਆਦਾ ਹੋਣ ਕਰਕੇ ਸਿਹਤ ਥੋੜੀ ਡਾਊਨ ਹੋ ਗਈ ਸੀਗੀ। ਤੇ ਕਲਾਸ ਨੂੰ ਆਪਾਂ ਕੰਟੀਨਿਊ ਰੱਖਣਾ, ਕਿਉਂਕਿ ਕਰੰਟ ਅਫੇਅਰ ਇਦਾਂ ਦੀ ਇੱਕ ਚੀਜ਼ ਹੈ, ਜੇ ਆਪਾਂ ਵਿੱਚ ਵਿਚਾਲੇ ਛੱਡ ਦਾਂਗੇ ਜਾਂ ਇੱਕ ਦਿਨ ਬ੍ਰੇਕ ਪਾ ਦਾਂਗੇ, ਉਹਦੇ ਨਾਲ ਆਪਣਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਤਾਂ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕਰੰਟ ਅਫੇਅਰ ਦੀ ਕਲਾਸ ਮਿਲੇ। ਤਾਂ ਥੋੜੀ ਜਿਹੀ ਲੇਟ ਮਿਲ ਰਹੀ ਹੈ, ਪਲੀਜ਼ ਐਡਜਸਟ ਕਰ ਲਿਓ। ਬਾਕੀ ਕਲਾਸ ਨੂੰ ਤੁਸੀਂ ਲਾਈਕ ਸ਼ੇਅਰ ਤਾਂ ਕਰ ਹੀ ਦੇਣਾ ਜੇ ਤੁਹਾਨੂੰ ਵਧੀਆ ਲੱਗੂਗੀ। ਤਾਂ ਸਟਾਰਟ ਕਰਦੇ ਹਾਂ ਬੇਟੇ ਅੱਜ ਦੇ ਕਰੰਟ ਅਫੇਅਰ ਆਪਾਂ। ਫਸਟ ਤੁਹਾਡੇ ਸਾਹਮਣੇ ਰਾਜੇ ਜਿਹੜਾ ਕਰੰਟ ਅਫੇਅਰ ਹੈ ਉਹ ਬਹੁਤ ਵਧੀਆ ਹੈ। ਕੀ ਕਹਿ ਰਿਹਾ ਜੀ, ਕਹਿੰਦਾ ਜੀ ਹੂ ਇਜ਼ ਦਾ ਹੈਡ ਆਫ ਦਾ ਹਾਈ ਲੈਵਲ ਕਮੇਟੀ ਫਾਰਮਡ ਬਾਈ ਦਾ ਸੁਪਰੀਮ ਕੋਰਟ for recovery of the money from the defaulters against whom National Sport Exchange has secured money decrease। ਮਤਲਬ ਕਹਿਣ ਦਾ ਕੀ ਹੈ, ਤੁਸੀਂ ਪਿੱਛੇ ਜੇ ਸੁਣਿਆ ਹੋਊਗਾ ਰਾਜੇ, ਜਿਵੇਂ ਵਿਜੇ ਮਾਲੀਆ ਕੀ ਹੋ ਗਿਆ ਸੀਗਾ, ਪੈਸੇ ਲੈ ਕੇ ਭੱਜ ਗਿਆ ਸੀ ਬਾਹਰ। ਠੀਕ ਹੈ, ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੀ ਬਹੁਤ ਵੱਡਾ ਘੁਟਾਲਾ ਹੋਇਆ। ਤਾਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੈ ਰਾਜੇ, ਜਿਹੜੇ ਡਿਫਾਲਟਰ ਨੇ, ਨੈਸ਼ਨਲ ਡਿਫਾਲਟਰ ਨੇ, ਜਿਹੜੇ ਪੈਸੇ ਲੈ ਕੇ ਭੱਜ ਜਾਂਦੇ ਇੰਡੀਆ ਦਾ ਬਾਹਰ। ਠੀਕ ਹੈ ਜੀ, ਤਾਂ ਉਹ ਪੈਸੇ ਦੀ ਵਸੂਲੀ ਵਾਸਤੇ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ। ਕੁਐਸਚਨ ਤੁਹਾਨੂੰ ਕੀ ਪੁੱਛ ਰਿਹਾ ਰਾਜੇ, ਉਸ ਕਮੇਟੀ ਦਾ ਜਿਹੜਾ ਹੈਗਾ ਮੁਖੀ ਕੌਣ ਹੈ? ਠੀਕ ਹੈ, ਤਾਂ ਆਨਸਰ ਤੁਸੀਂ ਮੈਨੂੰ ਕਰਨਾ ABCD ਦੇ ਵਿੱਚੋਂ। ਅਗਰ ਆਪਾਂ ਦੇਖੀਏ ਤਾਂ ਜਿਹੜਾ ਆਨਸਰ ਬਣਦਾ ਰਾਜੇ ਉਹ ਬਣਦਾ ਜੀ ਪ੍ਰਦੀਪ ਨੰਦਰ ਰਜੋਗ, ਜਿਹੜੇ ਹੈਗੇ ਨੇ ਉਹ ਹੈਗੇ ਨੇ ਜੀ ਇਸ ਕਮੇਟੀ ਦੇ ਹੈੱਡ। ਠੀਕ ਹੈ, ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਬਾਕੀ ਆਪਸ਼ਨਾਂ ਵੱਲ ਦੇਖੀਏ ਤਾਂ ਅਪੂਰਵ ਚੰਦਰ ਜੀ ਕੌਣ ਨੇ ਰਾਜੇ? ਇਹ ਹੈਗੇ ਨੇ ਸੈਕਟਰੀ। ਇਹ ਸੈਕਟਰੀ ਕਿਹਦੇ ਨੇ ਰਾਜੇ? ਜਿਹੜੀ ਆਪਣੀ ਮਿਨਿਸਟਰੀ ਹੈ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ। ਕਿਹਦੇ ਹੈਗੇ ਨੇ ਰਾਜੇ? ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜਿਹੜੀ ਆਪਣੀ ਮਿਨਿਸਟਰੀ ਹੈ ਉਹਦੇ ਕੀ ਨੇ? ਸੈਕਟਰੀ ਨੇ। ਅਗਰ ਮੈਂ ਗੱਲ ਕਰਾਂ ਡੀ ਮਰਗੂਸੇਨ ਦੀ, ਇਹ ਹੈਗੇ ਨੇ ਜੀ ਆਪਣੇ ਜਿਹੜੇ ਡੀ ਮਰਗੂਸੇਨ ਹੈਗੇ ਨੇ, ਇਹ ਫਾਰਮਰ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ। ਠੀਕ ਹੈ, ਇਹ ਸਾਰੀਆਂ ਆਪਸ਼ਨਾਂ ਥੋੜੀਆਂ ਦੇਖ ਲਿਆ ਕਰੋ। ਕਈ ਵਾਰੀ ਇਹ ਆਪਸ਼ਨਾਂ ਤਾਂ ਪਾਈਆਂ ਜਾਂਦੀਆਂ, ਮੈਂ ਜਾਣ ਕੇ ਆਪਸ਼ਨਾਂ ਇਦਾਂ ਦੀਆਂ ਪਾਉਣਾ ਕਿ ਉਹਦੇ ਨਾਲ ਤੁਹਾਡੇ ਹੋਰ ਕਰੰਟ ਅਫੇਅਰ ਕਵਰ ਹੋ ਜਾਣ। ਐ ਨਾ ਸਮਝਿਆ ਕਰੋ ਕਿ 15 ਕਰੰਟ ਅਫੇਅਰ ਹੈ, ਜਿੰਨੀਆਂ ਆਪਸ਼ਨਾਂ ਹੁੰਦੀਆਂ ਉਹਦੇ ਨਾਲ ਆਪਾਂ ਸਾਰਾ ਕੁਝ ਕਵਰ ਕਰਨਾ ਹੈ। ਅੱਗੇ ਹੈਗਾ ਜੀ ਅਸ਼ਵਨੀ ਵੈਸ਼ਨਵ। ਠੀਕ ਹੈ ਜੀ, ਅਸ਼ਵਨੀ ਵੈਸ਼ਨਵ ਕੌਣ ਨੇ ਰਾਜੇ? ਇਹ ਹੈਗੇ ਨੇ ਆਪਣੇ ਰੇਲਵੇ ਮਿਨਿਸਟਰ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਇੰਪੋਰਟੈਂਟ ਹੀ ਹੈ, ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਤਾਂ ਹੁਣ ਇਹ ਜਿਹੜੇ ਪ੍ਰਦੀਪ ਨੰਦਰਜੋਗ ਨੇ, ਇਹ ਯਾਦ ਰੱਖਣਾ ਰਾਜੇ, ਬਹੁਤ ਮਤਲਬ ਕਿ ਇਹ ਨਿਊਜ਼ ਦੇ ਵਿੱਚ ਹੈ ਇਹ ਚੀਜ਼ ਜਿਹੜੀ ਡਿਫਾਲਟਰ ਵਾਲੀ, ਇਸ ਕਰਕੇ ਇਹ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਡੇ ਆਉਣ ਵਾਲੇ ਪੇਪਰਾਂ ਵਾਸਤੇ। ਤਾਂ ਆਪਾਂ ਥੋੜਾ ਜਿਹਾ ਇਹਨਾਂ ਵਾਸਤੇ ਦੇਖ ਲੈਂਦੇ ਰਾਜੇ। ਆਹ ਬੰਦਾ ਇਹ ਕਾਫੀ ਚਰਚਾ ਦੇ ਵਿੱਚ ਰਹਿੰਦਾ। ਠੀਕ ਹੈ, ਦੇਖੋ ਚਿਹਰੇ ਤੇ ਪੂਰੀ ਸਮਾਈਲ ਹੈ ਇਹਨਾਂ ਦੀ, ਕਿਉਂਕਿ ਇਹ ਹੁਣ ਕੀ ਕਰਨਗੇ, ਚੋਰਾਂ ਨੂੰ ਫੜਨਗੇ ਨਾ, ਜਿਹੜੇ ਚੋਰ ਜਿਹੜੇ ਪੈਸੇ ਲੈ ਕੇ ਭੱਜ ਜਾਂਦੇ ਇੰਡੀਆ ਦਾ। ਤਾਂ ਉਹ ਪੈਸਾ ਐਕਚੁਅਲੀ ਆਪਣਾ ਹੀ ਹੁੰਦਾ ਜਿਹੜਾ ਆਪਾਂ ਟੈਕਸ ਭਰਦੇ ਆ। ਤਾਂ ਕਹਿੰਦਾ ਜੀ ਸੁਪਰੀਮ ਕੋਰਟ ਨੇ ਉਹਨਾਂ ਡਿਫਾਲਟਰਾਂ ਤੋਂ ਪੈਸੇ ਦੀ ਵਸੂਲੀ ਲਈ ਬੰਬੇ ਹਾਈ ਕੋਰਟ, ਠੀਕ ਹੈ, ਬੰਦਾ ਕੌਣ ਹੈ ਇਹ? ਬੰਬੇ ਹਾਈ ਕੋਰਟ ਦੇ ਰਿਟਾਇਰਡ ਜੱਜ ਜਿਹੜੇ ਪ੍ਰਦੀਪ ਨੰਦਰਜੋਗ ਜੀ ਹੈ, ਉਹਦੀ ਅਗਵਾਈ ਦੇ ਵਿੱਚ ਕੀ ਕੀਤੀ ਹੈ ਜੀ, ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ। ਤਾਂ ਜਿਹੜੇ ਬੰਦੇ ਡਿਫਾਲਟਰ ਹੋਣਗੇ ਕਿਹੜੇ? ਜਿਹੜੇ ਨੈਸ਼ਨਲ ਸਪੋਰਟ ਐਕਸਚੇਂਜ ਜਿਹੜੀ ਆਪਣੀ ਹੈਗੀ ਇੰਡੀਆ ਦੀ, ਜਿਹੜੀ ਉਹਨਾਂ ਦੇ ਵਿਰੁੱਧ ਕੀ ਕਰੂਗੀ? ਫਰਮਾਨ ਜਾਰੀ ਕਰੂਗੀ। ਠੀਕ ਹੈ ਜੀ, ਤਾਂ ਕਲੀਅਰ ਹੈ। ਪਹਿਲਾ ਕਰੰਟ ਅਫੇਅਰ ਸੀ ਆਪਣਾ। ਅਗਲੇ ਕਰੰਟ ਅਫੇਅਰ ਵੱਲ ਵਧਦੇ ਆ ਜੀ। ਕਹਿੰਦਾ ਜੀ ਵਰਲਡ ਐਥਲੈਟਿਕ ਡੇ ਇਜ਼ ਸੈਲੀਬ੍ਰੇਟ ਐਵਰੀ ਈਅਰ ਗਲੋਬਲੀ ਔਨ ਦਾ ਡੈਸ਼ to raise the awareness about the importance of the fitness and encourage them to the play sport, especially athletics। ਤਾਂ ਕਹਿਣ ਦਾ ਮਤਲਬ ਵਿਸ਼ਵ ਐਥਲੈਟਿਕ ਦਿਵਸ ਜਿਹੜਾ ਮਨਾਇਆ ਜਾਂਦਾ ਰਾਜੇ, ਕਦੋਂ ਮਨਾਇਆ ਜਾਂਦਾ ਹੈ? ਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਹੁੰਦਾ, ਖੇਡਾਂ ਦੇ ਪ੍ਰਤੀ, ਖਾਸ ਕਰਕੇ ਐਥਲੈਟਿਕਸ ਵਾਸਤੇ। ਤਾਂ ਕਦੋਂ ਮਨਾਇਆ ਜਾਂਦਾ ਰਾਜੇ? ਦੇਸ਼ ਤੋਂ ਤਾਂ ਬਹੁਤ ਕੁਐਸਚਨ ਪੁੱਛਦੇ ਆ। ਤਾਂ ਇਹ ਮਨਾਇਆ ਜਾਂਦਾ ਰਾਜੇ 7 ਮਈ ਨੂੰ। ਠੀਕ ਹੈ, 7 ਮਈ ਨੂੰ ਮਨਾਇਆ ਜਾਂਦਾ ਇਹ। ਠੀਕ ਹੈ, ਤੁਹਾਡਾ ਵਰਲਡ ਐਥਲੈਟਿਕਸ ਡੇ। ਅਗਰ ਮੈਂ ਗੱਲ ਕਰਾਂ ਰਾਜੇ ਇਸ ਤੋਂ ਇਲਾਵਾ, ਜੇ ਮੈਂ ਇੰਡੀਆ ਦੀ ਗੱਲ ਕਰਾਂ ਰਾਜੇ, ਤਾਂ ਇੰਡੀਆ ਦੇ ਵਿੱਚ ਕੀ ਹੈ, ਇੱਕ ਐਥਲੈਟਿਕ ਫੈਡਰੇਸ਼ਨ ਹੈ, ਉਸਦਾ ਨਾਮ ਕੀ ਹੈ ਰਾਜੇ? ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ। ਠੀਕ ਹੈ, ਇਹ ਤਾਂ ਮੈਂ ਕਹਿ ਦੱਸ ਰਿਹਾ ਤੁਹਾਨੂੰ, ਕਈ ਵਾਰੀ ਪੁੱਛ ਲੈਂਦੇ ਆ। ਇਹਦਾ ਹੈੱਡਕੁਆਟਰ ਕਿੱਥੇ ਰਾਜੇ? ਦਾ ਹੈੱਡਕੁਆਟਰ ਹੈਗਾ ਜੀ ਨਿਊ ਦਿੱਲੀ। ਹੈੱਡਕੁਆਟਰ ਕਿੱਥੇ ਬੇਟੇ? ਦਾ ਨਿਊ ਦਿੱਲੀ ਹੈ। ਐਥਲੈਟਿਕ ਫੈਡਰੇਸ਼ਨ ਆਫ ਇੰਡੀਆ, AFI। ਠੀਕ ਹੈ ਜੀ, ਤਾਂ ਕਹਿੰਦਾ ਜਿਹੜੀ ਵਿਸ਼ਵ ਦੀ ਹੈਗੀ ਰਾਜੇ, ਜਿਹੜਾ ਕਹਿੰਦਾ ਵਿਸ਼ਵ ਐਥਲੈਟਿਕ ਦਿਵਸ, ਕਹਿੰਦਾ ਪਹਿਲੀ ਵਾਰ ਜਦੋਂ ਮਨਾਇਆ ਗਿਆ ਸੀ 1996 ਚ ਮਨਾਇਆ ਗਿਆ ਸੀ। ਕਈ ਵਾਰੀ ਪਹਿਲੀ ਵਾਰੀ ਪੁੱਛ ਲੈਂਦੇ ਆ, ਇਹ ਨਹੀਂ ਪੁੱਛਦੇ ਵੀ ਕਦੋਂ ਆ। 7 ਮਈ ਨੂੰ ਤਾਂ ਪਤਾ ਲੱਗ ਗਿਆ ਆਪਾਂ ਨੂੰ ਵਰਲਡ ਐਥਲੈਟਿਕ ਡੇ ਹੈ, ਬਟ ਪਹਿਲੀ ਵਾਰੀ ਕਦੋਂ ਸੀਗਾ ਰਾਜੇ? 1996 ਦੇ ਵਿੱਚ ਮਨਾਇਆ ਗਿਆ ਸੀ। ਕਿਹਨੇ ਮਨਾਇਆ ਸੀਗਾ? ਜਿਹੜੀ ਆਪਣੀ ਇੰਟਰਨੈਸ਼ਨਲ ਜਿਹੜੀ ਹੈਗੀ ਅੰਤਰਰਾਸ਼ਟਰੀ ਅਮੈਚੁਅਰ ਐਥਲੈਟਿਕ ਫੈਡਰੇਸ਼ਨ, IAAF। ਇਹਦੀ ਫੁੱਲ ਫਾਰਮ ਵੀ ਯਾਦ ਰੱਖ ਲਿਓ, ਇੰਟਰਨੈਸ਼ਨਲ ਅਮੈਚੁਅਰ ਐਥਲੈਟਿਕਸ ਫੈਡਰੇਸ਼ਨ ਦੇ ਕਹਿੰਦਾ ਪ੍ਰਧਾਨ ਕੌਣ ਨੇ? ਪ੍ਰੀਮੋ ਨਿਬੋਲੋ। ਠੀਕ ਹੈ, ਉਹਨਾਂ ਨੇ ਮਨਾਇਆ ਸੀਗਾ। ਠੀਕ ਹੈ, ਪਹਿਲੀ ਵਾਰੀ ਕਾਦੇ ਵਾਸਤੇ? ਨੌਜਵਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ। ਠੀਕ ਹੈ ਜੀ,
ਤਾਂ ਇਹ ਕੀ ਹੈ ਜੀ, ਕਹਿੰਦਾ IAAF ਨੇ ਕਹਿੰਦਾ ਇਸ ਨੂੰ ਇੱਕ ਸਮਾਜਿਕ ਜ਼ਿੰਮੇਵਾਰੀ ਪ੍ਰੋਜੈਕਟ ਹੈ। ਉਹਨਾਂ ਦਾ ਇੱਕ ਪ੍ਰੋਜੈਕਟ ਚੱਲਦਾ ਕਿਹੜਾ, ਐਥਲੈਟਿਕਸ ਫॉर ਅ ਬੈਟਰ ਵਰਲਡ। ਠੀਕ ਹੈ, ਉਹਨਾਂ ਦਾ ਇੱਕ ਪ੍ਰੋਜੈਕਟ ਹੈ IAAF ਦਾ, ਐਥਲੈਟਿਕਸ ਫॉर ਅ ਬੈਟਰ ਵਰਲਡ ਦੇ ਰੂਪ ਦੇ ਵਿੱਚ ਲਾਂਚ ਕੀਤਾ ਹੈ। ਤਾਂ ਉਸੇ ਕਰਕੇ ਮਨਾਇਆ ਗਿਆ ਵਰਲਡ ਐਥਲੈਟਿਕ ਡੇ 7 ਤਰੀਕ ਨੂੰ। ਇਹਦਾ ਥੀਮ ਹਜੇ ਇਹਨਾਂ ਨੇ ਲਾਂਚ ਨਹੀਂ ਕੀਤਾ, ਥੀਮ ਲੇਟਰ ਆਨ ਆਊਗਾ, ਹਜੇ ਆਇਆ ਨਹੀਂ, ਜਦੋਂ ਆਊਗਾ ਆਪਾਂ ਤੁਹਾਨੂੰ ਵੀਡੀਓ 'ਚ ਕਰਾ ਦਾਂਗੇ। ਥੀਮ ਇਹਦਾ ਹਜੇ ਨਹੀਂ ਇਹਨਾਂ ਨੇ ਡਿਕਲੇਅਰ ਕੀਤਾ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜਿਹੜਾ ਯੂਨਾਈਟਿਡ ਨੇਸ਼ਨ ਹੈ ਰਾਜੇ, ਤੁਹਾਨੂੰ ਪਤਾ ਯੂਨਾਈਟਿਡ ਨੇਸ਼ਨ ਬਹੁਤ ਨਿਊਜ਼ ਦੇ ਵਿੱਚ ਹੈ, ਕਿਉਂਕਿ ਰਸ਼ੀਆ ਦੀ ਲੜਾਈ ਲੱਗੀ ਹੋਈ ਹੈ ਯੂਕਰੇਨ ਤੇ ਰਸ਼ੀਆ ਦੀ। ਠੀਕ ਹੈ, ਤਾਂ ਇਸ ਕਰਕੇ ਇੱਥੋਂ ਕੁਐਸਚਨ ਆ ਸਕਦਾ ਹੈ। ਕਹਿੰਦਾ ਜੀ ਹਰ ਸਾਲ ਡੈਸ਼ ਮਿਤੀ ਨੂੰ ਕਹਿੰਦਾ ਸੰਯੁਕਤ ਰਾਸ਼ਟਰ, ਜਿਹੜੇ ਨੂੰ ਆਪਾਂ ਯੂਨਾਈਟਿਡ ਨੇਸ਼ਨ ਕਹਿੰਦੇ ਆ, ਕਹਿੰਦਾ ਜੀ ਦੂਜੇ ਵਿਸ਼ਵ ਯੁੱਧ ਵਰਲਡ ਵਾਰ 2 ਦੇ ਦੌਰਾਨ ਜਿਹੜੇ ਬੰਦਿਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ, ਉਹਨਾਂ ਦੀ ਯਾਦ ਵਾਸਤੇ, ਉਹਨਾਂ ਦਾ ਉਸ ਸਮੇਂ ਨੂੰ ਚਿੰਤਿਤ ਕਰਨ ਵਾਸਤੇ ਜਿਹੜਾ ਟਾਈਮ ਹੈ ਉਹ ਡਿਕਲੇਅਰ ਕੀਤਾ। ਮਤਲਬ ਕਿਹੜੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ, ਤਾਂ ਮਈ 5-6 ਮਈ 6-7 ਨੂੰ, 7-8 ਮਈ ਨੂੰ, ਜਾਂ 8 ਤੇ 9 ਮਈ ਨੂੰ। ਤਾਂ ਇਹ ਮਨਾਇਆ ਜਾਂਦਾ ਰਾਜੇ 8 ਤੇ 9 ਮਈ ਨੂੰ ਮਨਾਇਆ ਜਾਂਦਾ। ਇਹਦੇ ਵਿੱਚ ਆਪਾਂ ਵਰਲਡ ਵਾਰ 2 ਦੇ ਵਿੱਚ ਜਿਨ੍ਹਾਂ ਨੇ ਜਾਨ ਗਵਾਈ ਆ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਠੀਕ ਹੈ, ਯੂਨਾਈਟਿਡ ਨੇਸ਼ਨ ਵੱਲੋਂ। ਤਾਂ ਹੁਣ ਯੂਨਾਈਟਿਡ ਨੇਸ਼ਨ ਦੇ ਅਬਾਊਟ ਆਪਾਂ ਥੋੜੇ ਜਿਹੇ ਫੈਕਟ ਦੇਖ ਲਈਏ। ਠੀਕ ਹੈ, ਕਹਿੰਦਾ ਜਿਹੜਾ ਸੰਯੁਕਤ ਰਾਸ਼ਟਰ ਹੈ, ਕਹਿੰਦਾ ਇੱਕ ਇੰਟਰਨੈਸ਼ਨਲ ਕੀ ਹੈ, ਇੱਕ ਆਰਗੇਨਾਈਜੇਸ਼ਨ ਹੈ, ਅੰਤਰ ਸਰਕਾਰੀ ਸੰਗਠਨ ਹੈ। ਉਹਦਾ ਉਦੇਸ਼ ਕੀ ਹੈ, ਮੋਟਿਵ ਕੀ ਹੈ ਰਾਜੇ, ਆਪਣੇ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ, ਸੁਰੱਖਿਆ ਨੂੰ ਕਾਇਮ ਰੱਖਣਾ। ਅਗਰ ਮੰਨ ਲਓ 2 ਨੇਸ਼ਨ ਦੀ ਲੜਾਈ ਹੋ ਜਾਂਦੀ ਹੈ, ਉਹਨਾਂ ਦਾ ਫੈਸਲਾ ਕਰਾਉਣਾ, ਉਹਨਾਂ ਦੇ ਵਿਚਕਾਰ ਦੋਸਤਾਨਾ ਸੰਬੰਧ ਨੂੰ ਕਾਇਮ ਕਰਨਾ। ਠੀਕ ਹੈ ਜੀ, ਤਾਂ ਰਾਸ਼ਟਰ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਮਤਲਬ ਇੱਕ ਸੁਰ ਹੋ ਸਕਣ। ਸਾਰੇ ਨੇਸ਼ਨ ਦੇ ਜੋ ਵੀ ਕੋਈ ਪਾਲਿਸੀ ਬਣਾਉਣੀ ਹੈ, ਮੰਨ ਲਓ ਕੋਈ ਜਿਵੇਂ ਗਲੋਬਲ ਵਾਰਮਿੰਗ ਆ ਗਈ, ਉਹਦੇ ਰਿਗਾਰਡਿੰਗ ਕੋਈ ਪਾਲਿਸੀ ਬਣਾਉਣੀ ਆ, ਤਾਂ ਗਲੋਬਲ ਵਾਰਮਿੰਗ ਇਹ ਤਾਂ ਨਹੀਂ ਹੈਗਾ ਕਿ ਸਿਰਫ ਇੰਡੀਆ ਦੇ ਵਿੱਚ ਹੋਊਗੀ, ਤਾਂ ਉਹਦਾ ਇਫੈਕਟ ਪੂਰੀ ਦੁਨੀਆ ਤੇ ਪਊਗਾ। ਤਾਂ ਮਤਲਬ ਕੁਝ ਇਦਾਂ ਦੇ ਮੁੱਦੇ ਜਿਹੜੇ ਕਿ ਪੂਰੀ ਦੁਨੀਆ ਵਾਸਤੇ ਹੁੰਦੇ ਆ, ਉਹਦੀਆਂ ਪਾਲਿਸੀਜ਼ ਕਿੱਥੇ ਬਣਦੀਆਂ ਨੇ, ਯੂਨਾਈਟਿਡ ਨੇਸ਼ਨ ਦੇ ਵਿੱਚ ਬਣਦੀਆਂ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਦਾ ਹੈੱਡਕੁਆਟਰ। ਇਹਦਾ ਹੈੱਡਕੁਆਟਰ ਹੈਗਾ ਜੀ ਨਿਊਯਾਰਕ। ਐਸਟੈਬਲਿਸ਼ਮੈਂਟ ਕਦੋਂ ਹੋਈ ਸੀ ਰਾਜੇ, ਇਹ ਯਾਦ ਰੱਖ ਲੈਣਾ, 24 ਅਕਤੂਬਰ 1945 ਦੇ ਵਿੱਚ ਹੋਈ ਸੀਗੀ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਰਾਜੇ, ਇਹਦੇ ਡਾਇਰੈਕਟਰ ਕੌਣ ਨੇ, ਹੁਣ ਡਾਇਰੈਕਟਰ ਇਹ ਦੇਖੋ, ਡਾਇਰੈਕਟਰ ਇੰਪੋਰਟੈਂਟ ਤਾਂ ਬਣਦੀ ਹੈ ਕਿਉਂਕਿ ਇਹ ਫਸਟ ਵੂਮਨ ਹੈ ਜਿਹੜੀ ਡਾਇਰੈਕਟਰ ਬਣੀ ਹੈ। ਫਸਟ ਵੂਮਨ ਹੈ ਜਿਹੜੀ ਕਿ ਡਾਇਰੈਕਟਰ ਜਨਰਲ ਬਣੀ ਹੈ, ਕਿਹਦੀ, ਯੂਨਾਈਟਿਡ ਨੇਸ਼ਨ ਦੀ, ਟੈਟਿਆਨਾ ਗੋਲੀਅਵਾ। ਪੁੱਠਾ ਨਾ ਯਾਰ, ਯਾਦ ਕਰ ਲਿਓ। ਠੀਕ ਹੈ, ਹਾਂ ਠੀਕ ਹੈ। ਤੇ ਅੱਛਾ, ਤੁਹਾਡੇ ਤੋਂ ਜਿਹੜਾ ਮੈਂ ਕੁਐਸਚਨ ਪੁੱਛਣਾ ਉਹ ਇਹ ਪੁੱਛਣਾ ਕਿ ਯੂਨਾਈਟਿਡ ਨੇਸ਼ਨ ਦੀਆਂ ਕੀ ਹੈ, ਇੱਕ ਆਫੀਸ਼ੀਅਲ ਲੈਂਗੁਏਜ ਹੈ। ਯੂਨਾਈਟਿਡ ਨੇਸ਼ਨ ਦੀਆਂ ਕੀ ਨੇ, ਆਫੀਸ਼ੀਅਲ ਲੈਂਗੁਏਜਿਸ ਹੈ। ਉਹਦੇ ਬਾਰੇ ਦੱਸਣਾ ਤੁਸੀਂ ਮੈਨੂੰ, ਕਿੰਨੀਆਂ ਲੈਂਗੁਏਜਿਸ ਹੈ, ਤੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣੀਆਂ ਨੇ, ਉਹਨਾਂ ਦੇ ਨਾਮ। ਠੀਕ ਹੈ ਜੀ, ਪਲੀਜ਼ ਇਹ ਜਰੂਰ ਲਿਖਿਓ, ਇਹ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੈ। ਆਫੀਸ਼ੀਅਲ ਲੈਂਗੁਏਜਿਸ ਪੁੱਛਿਆ ਜਾਂਦਾ ਹੁੰਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਦਾ ਯੂਨੀਅਨ ਗਵਰਨਮੈਂਟ ਆਫ ਇੰਡੀਆ ਹੈਜ਼ ਅਪਾਇੰਟ 2 ਨਿਊ ਸੁਪਰੀਮ ਕੋਰਟ ਜੱਜ। ਵੈਰੀ ਇੰਪੋਰਟੈਂਟ ਕੁਐਸਚਨ। ਕਿਉਂਕਿ ਪਹਿਲੀ ਵਾਰੀ ਇਹ ਸਟਰੈਂਥ ਪੂਰੀ ਹੋਈ ਹੈ, ਅਦਰਵਾਈਜ਼ ਅਜੇ ਤੱਕ ਸਟਰੈਂਥ ਪੂਰੀ ਨਹੀਂ ਸੀਗੀ। ਤਾਂ ਤੁਹਾਨੂੰ ਮੈਂ ਅੱਗੇ ਜਾ ਕੇ ਪੁੱਛੂੰਗਾ ਵੀ ਟੋਟਲ, ਤੁਸੀਂ ਆਪਣੇ ਦਿਮਾਗ 'ਚ ਸੋਚ ਲਿਓ ਟੋਟਲ ਨੰਬਰ ਆਫ ਜੱਜ ਕਿੰਨੇ ਹੁੰਦੇ ਸੁਪਰੀਮ ਕੋਰਟ ਦੇ ਵਿੱਚ। ਠੀਕ ਹੈ ਜੀ। ਤਾਂ ਇਹ ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਭਾਰਤ ਦੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ 2 ਨਵੇਂ ਜੱਜ ਨਿਯੁਕਤ ਕੀਤਾ ਹੈ। ਤਾਂ ਕੌਣ ਨੇ ਜੀ ਰਾਜੇ, ਉਹ ਜਸਟਿਸ ਸੰਧਾਂਸ਼ੂ ਧੂਲੀਆ, ਜਸਟਿਸ ਜਮਸ਼ੇਦ ਬੁਰਜ। ਤਾਂ ਦੋਵੇਂ ਹੀ ਨੇ ਰਾਜੇ, 2 ਨਵੇਂ ਬੰਦੇ ਅਪਾਇੰਟ ਕੀਤੇ ਆ। ਤਾਂ ਇਸ ਕਰਕੇ ਆਨਸਰ ਬਣ ਜਾਂਦਾ ਹੈ ਬੋਥ A ਐਂਡ B। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਸੁਪਰੀਮ ਕੋਰਟ ਦੇ, ਅਗਰ ਆਪਾਂ ਜੱਜ ਦੇਖੀਏ ਟੋਟਲ ਜੱਜਾਂ ਦੀ ਗਿਣਤੀ ਕਿੰਨੀ ਹੈ, 34 ਹੈ। ਠੀਕ ਹੈ, ਵਿਦ ਚੀਫ ਜਸਟਿਸ ਆਫ ਇੰਡੀਆ। ਤਾਂ ਇਹ ਯਾਦ ਰੱਖ ਲਿਓ, ਪਹਿਲਾਂ ਕਿੰਨੀ ਸੀਗੀ, 32 ਸੀਗੀ, ਮਤਲਬ 2 ਸੀਟਾਂ ਵੇਕੈਂਟ ਸੀਗੀਆਂ। ਠੀਕ ਹੈ, ਹੁਣ 2 ਜੱਜ ਹੋਰ ਰਿਟਾਇਰ ਹੋਣ ਵਾਲੇ ਆ, ਆਉਣ ਵਾਲੇ ਟਾਈਮ 'ਚ 2 ਫੇਰ ਖਾਲੀ ਹੋ ਜਾਣਗੀਆਂ। ਤਾਂ ਐਸਟੈਬਲਿਸ਼ ਕਦੋਂ ਹੋਇਆ ਸੀ, ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜੇ 1 ਅਕਤੂਬਰ 1937। ਇਹ ਉਦੋਂ ਕਹਿੰਦੇ ਸੀ ਇਹਨੂੰ ਫੈਡਰਲ ਕੋਰਟ ਆਫ ਇੰਡੀਆ ਕਹਿੰਦੇ ਸੀ, ਬਟ ਜਦੋਂ 28 ਜਨਵਰੀ 1950 ਨੂੰ ਆਪਣਾ ਮਤਲਬ ਕਿ 47 ਨੂੰ ਯਾਦ ਹੋ ਗਈ, ਉਦੋਂ ਬਾਅਦ ਆਪਣਾ ਜਿਹੜਾ ਸੰਵਿਧਾਨ ਲਾਗੂ ਕੀਤਾ, ਤਾਂ ਉਦੋਂ ਆਪਾਂ ਬਣਾਤਾ ਜੀ ਇਹਨੂੰ ਸੁਪਰੀਮ ਕੋਰਟ ਆਫ ਇੰਡੀਆ। ਤਾਂ ਇਹ ਦੋਨੀਆਂ ਡੇਟਸ ਯਾਦ ਰੱਖਣੀਆਂ ਨੇ, 28 ਜਨਵਰੀ 1950 ਤੇ 1 ਅਕਤੂਬਰ 1937। ਤਾਂ ਚੀਫ ਜਸਟਿਸ ਆਫ ਇੰਡੀਆ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਰਾਜੇ, ਜਸਟਿਸ NV ਰਮਨਾ ਨੇ। ਠੀਕ ਹੈ, ਤਾਂ ਮੋਸਟ ਇੰਪੋਰਟੈਂਟ ਚੀਜ਼ ਕੀ ਬਣ ਜਾਂਦੀ ਹੈ, ਸੁਪਰੀਮ ਕੋਰਟ ਦੇ ਜਿਹੜੇ ਜੱਜ ਹੁੰਦੇ ਰਾਜੇ ਉਹ ਰਿਟਾਇਰਡ ਕਦੋਂ ਹੁੰਦੇ ਆ, ਜਦੋਂ ਉਹਨਾਂ ਦੀ ਉਮਰ ਕਿੰਨੀ ਹੋ ਜਾਂਦੀ ਹੈ, 65 ਸਾਲ। ਹੁਣ ਤੁਸੀਂ ਮੈਨੂੰ ਦੱਸਣਾ ਕਿ ਹਾਈ ਕੋਰਟ ਦੇ ਜੱਜ, ਜਿਹੜੇ ਹਾਈ ਕੋਰਟ ਦੇ ਜੱਜ ਹੁੰਦੇ ਰਾਜੇ, ਉਹ ਕਿੰਨੀ ਉਮਰ ਦੇ ਵਿੱਚ ਜਾ ਕੇ ਰਿਟਾਇਰ ਹੁੰਦੇ ਆ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ 6 ਵਾਲੀ ਲਾਈਨ ਦੇ ਵਿੱਚ ਹੀ ਆ, ਅੱਗੇ 6 ਹੀ ਆਉਣਾ, ਪਿੱਛੇ ਕੁਝ ਹੋਰ ਆਉਣਾ। ਤੁਸੀਂ ਮੈਨੂੰ ਕੀ ਕਰਨਾ, ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਤਾਂ ਜਿਹੜੇ ਕਮੈਂਟ ਕਰਦੇ ਆ ਬੇਟੇ, ਸਭ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੇ ਕਮੈਂਟ ਪੜ੍ਹ ਕੇ ਬੜੀ ਖੁਸ਼ੀ ਮਿਲਦੀ ਹੈ। ਜਦੋਂ ਬੱਚਾ ਪਾਰਟਿਸਿਪੇਟ ਕਰਦਾ ਕਲਾਸ ਦੇ ਵਿੱਚ ਤਾਂ ਟੀਚਰ ਨੂੰ ਆਟੋਮੈਟਿਕਲੀ ਖੁਸ਼ੀ ਮਿਲਦੀ ਹੈ। ਦੇਖੋ ਬੇਟਾ, ਇਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ। ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਉਹ ਮੈਨੂੰ ਪੇ ਕਰਦੇ ਆ। ਪੇ ਕੀ ਕਰਦੇ, ਮੈਨੂੰ ਖੁਸ਼ੀ ਦਿੰਦੇ ਆ, ਮੇਰੇ ਚਿਹਰੇ ਤੇ ਸਮਾਈਲ ਦਿੰਦੇ ਆ। ਅੱਗੇ ਗੱਲ ਕਰਦੇ ਆ ਜੀ ਆਪਾਂ, ਕਹਿੰਦਾ ਜੀ ਡੈਸ਼ ਟੁੱਕ ਓਵਰ ਦਾ ਨਿਊ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਆਫ ਦਾ ਇੰਡੀਆਜ਼ 3rd ਲਾਰਜੈਸਟ ਆਇਲ ਰਿਫਾਈਨਿੰਗ ਐਂਡ ਫਿਊਲ ਮਾਰਕੀਟਿੰਗ ਕੰਪਨੀ। ਤਾਂ 3rd, ਦੇਖੋ ਇੱਕੋ ਕੁਐਸਚਨ ਦੇ ਵਿੱਚ ਹੀ 2 ਕੁਐਸਚਨ
ਕੀ ਹੋ ਗਏ ਤੁਹਾਡੇ ਕਵਰ ਹੋ ਗਏ। ਇੱਕ ਤਾਂ ਇਹ ਹੋ ਗਿਆ ਵੀ ਇੰਡੀਆ ਦੀ ਤੀਜੀ ਲਾਰਜੈਸਟ ਆਇਲ ਰਿਫਾਈਨਿੰਗ ਕੰਪਨੀ ਕਿਹੜੀ ਹੈ, ਤਾਂ ਉਹ ਹੈਗੀ ਹੈ ਜੀ HPCL, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ। ਉਹਦਾ ਨਾਂ ਚੇਅਰਮੈਨ ਨਿਯੁਕਤ ਕੀਤਾ ਗਿਆ, ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ। ਤਾਂ ਉਹ ਬੰਦਾ ਕੌਣ ਆ ਰਾਜੇ? ਪੁਸ਼ਪ ਕੁਮਾਰ ਜੋਸ਼ੀ, ਸ਼੍ਰੀਕਾਂਤ ਮਾਧਵ ਵੈਦਿਆ ਜਾਂ ਅਰੁਣ ਕੁਮਾਰ ਸਿੰਘ। ਤਾਂ ਇਹ ਹੈਗਾ ਰਾਜੇ ਆਪਣਾ ਪੁਸ਼ਪ ਕੁਮਾਰ ਜੋਸ਼ੀ ਜੀ, ਠੀਕ ਹੈ ਜੀ। ਤਾਂ ਇਹ ਹੈਗੇ ਨੇ ਇਹਦੇ ਮੈਨੇਜਿੰਗ ਡਾਇਰੈਕਟਰ HPCL ਦੇ। ਤਾਂ ਜੇ ਮੈਂ ਇਹਦੀ ਗੱਲ ਕਰਾਂ ਸ਼੍ਰੀਕਾਂਤ ਮਾਧਵ ਵੈਦਿਆ, ਇਹ ਕੌਣ ਨੇ? ਸ਼੍ਰੀਕਾਂਤ ਮਾਧਵ ਵੈਦਿਆ ਇਹ ਹੈਗੇ ਨੇ ਆਪਣੇ ਸੈਕੰਡ ਕਿਹੜੀ ਸੀਗੀ ਆਪਣੀ, ਮੇਰੇ ਦਿਮਾਗ 'ਚ ਨਿਕਲ ਗਈ। ਇਹ ਹੈਗੇ ਆ ਇੰਡੀਅਨ ਆਇਲ, ਠੀਕ ਹੈ। ਥੋੜਾ ਜਿਹਾ ਕਈ ਵਾਰੀ ਦਿਮਾਗ ਚਲਾਉਣਾ ਪੈਂਦਾ। ਇੰਡੀਅਨ ਆਇਲ ਦੇ ਨੇ, ਠੀਕ ਹੈ। ਤਾਂ ਇਹ ਹੈਗਾ ਜੀ ਭਾਰਤ ਪੈਟਰੋਲੀਅਮ, ਠੀਕ ਹੈ। ਆਪਣੀ ਜਿਹੜੀ ਥਰਡ ਹੈਗੀ ਆ, ਮਤਲਬ ਕਿ ਤਿੰਨ ਹੀ ਮੇਨ ਹੈਗੀਆਂ ਆਪਣੀਆਂ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇੰਡੀਅਨ ਆਇਲ ਤੇ ਭਾਰਤ ਪੈਟਰੋਲੀਅਮ, ਠੀਕ ਹੈ। ਇਹ ਦੋਨੇ ਡਾਇਰੈਕਟਰ ਯਾਦ ਰੱਖਣੇ। ਆ ਤਾਂ ਤੁਹਾਨੂੰ ਦੱਸ ਦਿੱਤਾ ਕਿਹਦੇ ਨੇ, ਇਹ HPCL ਦੇ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ। ਇਹ ਇੰਡੀਅਨ ਆਇਲ ਦੇ ਨੇ, ਇਹ ਭਾਰਤ ਪੈਟਰੋਲੀਅਮ ਦੇ ਨੇ, ਅਰੁਣ ਕੁਮਾਰ ਸਿੰਘ। ਤਿੰਨੇ ਯਾਦ ਰੱਖ ਲਿਓ, ਕੋਈ ਵੀ ਪੁੱਛ ਸਕਦੇ ਆ। ਤਾਂ ਹੁਣ ਮੈਂ ਗੱਲ ਕਰਾਂ, ਅਗਰ ਸਭ ਤੋਂ ਵੱਡੀ ਦੇਖੀ ਜਾਈਏ ਤੇ ਫਸਟ ਸਭ ਤੋਂ ਲਾਰਜੈਸਟ ਕਿਹੜੀ ਹੈ, ਇਹ ਕੁਐਸਚਨ ਵੀ ਆ ਸਕਦਾ ਹੈ। ਤਾਂ ਸਭ ਤੋਂ ਲਾਰਜੈਸਟ ਹੈਗੀ ਰਾਜੀ ਇੰਡੀਅਨ ਆਇਲ ਕਾਰਪੋਰੇਸ਼ਨ। ਤਾਂ ਉਸ ਤੋਂ ਸੈਕਿੰਡ ਵਨ ਕਿਹੜੀ ਹੈ? ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ। ਤਾਂ ਥਰਡ ਤੁਹਾਨੂੰ ਮੈਂ ਦੱਸ ਹੀ ਦਿੱਤਾ, ਲਾਰਜੈਸਟ ਕਿਹੜੀ ਹੈ? ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ। ਆ ਬੰਦਾ ਬਣਿਆ ਜੀ ਕਿਹਦਾ? HPCL ਦਾ ਥਰਡ ਜਿਹੜੀ ਲਾਰਜੈਸਟ ਹੈਗੀ ਆਪਣੀ, ਠੀਕ ਹੈ ਜੀ, ਪੁਸ਼ਪ ਕੁਮਾਰ ਜੋਸ਼ੀ, ਠੀਕ ਹੈ ਜੀ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਰਾਜੇ, ਬਹੁਤ ਵਧੀਆ ਕੁਐਸਚਨ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਅੱਜ ਦਾ ਹੀ ਕੁਐਸਚਨ ਹੈ ਇਹ, ਅੱਜ ਦਾ ਹੀ ਕਰੰਟ ਅਫੇਅਰ ਹੈ 10 ਮਈ ਦਾ, ਪਰ ਮੈਂ ਕਵਰ 9 ਚ ਕਰਾਤਾ, ਦੇਖੋ ਐਡਵਾਂਸ ਹੀ ਕਰਵਾਤਾ। ਕਹਿੰਦਾ ਜੀ ਰੀਸੈਂਟ ਬੋਇੰਗ ਇੰਡੀਆ ਐਂਡ 에ਅਰ ਵਰਕਸ ਗਰੁੱਪ, ਠੀਕ ਹੈ ਜੀ, ਹੈਵ ਕੋਲੈਬੋਰੇਟਿਡ ਫॉर द ਇੰਡੀਆਜ਼ ਨੇਵੀ ਡੈਸ਼ ਮੈਰੀਟਾਈਮ ਪੈਟਰੋਲ 에ਅਰਕ੍ਰਾਫਟ ਫਲੀਟ, ਠੀਕ ਹੈ। ਇਹ ਕੀ ਚੀਜ਼ ਹੁੰਦੀ ਤੁਹਾਨੂੰ ਮੈਂ ਦੱਸਦਾ। ਜਿਹੜੀ ਬੋਇੰਗ ਹੈਗੀ ਆ, ਬੋਇੰਗ ਕੰਪਨੀ ਹੈਗੀ ਅਮਰੀਕਨ ਕੰਪਨੀ, ਜਿਹੜੀ ਕਿ ਮਿਜ਼ਾਈਲ ਬਣਾਉਂਦੀ ਹੈ, 에ਅਰ ਫਲੀਟ ਬਣਾਉਂਦੀ ਹੈ, ਠੀਕ ਹੈ, ਤੇ ਹੋਰ ਵੱਖਰੇ ਵੱਖਰੇ ਚੀਜ਼ਾਂ ਬਣਾਉਂਦੀ ਹੈ। ਤਾਂ 에ਅਰ ਵਰਕਸ ਗਰੁੱਪ ਹੈਗਾ ਇੰਡੀਆ ਦਾ ਰਾਜੇ। ਇਹਨਾਂ ਨੇ ਮਿਲ ਕੇ ਕੀ ਬਣਾਇਆ, ਇੱਕ ਮਤਲਬ ਬਣਾਇਆ ਇਹਨਾਂ ਨੇ ਇੱਕ ਫਲੀਟ ਬਣਾਇਆ। ਇਹ ਨਾ ਮਤਲਬ ਬਹੁਤ ਪਾਵਰਫੁਲ ਫਲੀਟ ਹੈ। ਇਹਦੇ ਵਿੱਚ ਕੀ ਆ ਕਿ ਦੁਸ਼ਮਣਾਂ ਦੇ ਜਿਹੜੇ ਬੰਕਰ ਹੁੰਦੇ ਆ, ਇਹ 'ਚ ਬਹੁਤ ਤਕੜੇ ਰਡਾਰ ਲੱਗੇ ਹੋਏ ਆ, ਮਤਲਬ ਕਿ ਇਹਨੂੰ ਅਫਗਾਨਿਸਤਾਨ 'ਚ ਯੂਜ਼ ਕੀਤਾ ਸੀਗਾ। ਤਾਂ ਦੂਰੋਂ ਹੀ ਦੱਸ ਦਿੰਦਾ, ਘੱਟੋ ਘੱਟ ਮਤਲਬ ਕਿ 40 ਤੋਂ 50 ਕਿਲੋਮੀਟਰ ਦੀ ਰੇਂਜ ਦੇ ਵਿੱਚ ਦੱਸ ਦਿੰਦਾ ਹੈ ਪਹਿਲਾਂ ਹੀ, ਠੀਕ ਹੈ। ਬਟ ਆਪਣਾ ਉਹ ਕੁਐਸਚਨ ਆਪਣੇ ਐਗਜ਼ਾਮ 'ਚ ਨਹੀਂ ਪੁੱਛਿਆ ਜਾਊਗਾ। ਆਪਣੇ ਐਗਜ਼ਾਮ 'ਚ ਕੀ ਪੁੱਛਿਆ ਜਾਊਗਾ? ਇੱਕ ਤਾਂ ਇਹ ਪੁੱਛਿਆ ਜਾ ਸਕਦਾ ਕਿ ਇੰਡੀਆ ਕੋਲੇ ਟੋਟਲ ਕਿੰਨੇ ਆ। ਤਾਂ ਇੰਡੀਆ ਕੋਲੇ ਟੋਟਲ ਰਾਜੇ 12 ਹੈ। ਜਿਹੜਾ ਲੇਟੈਸਟ ਹੈ ਉਹ ਆਪਾਂ ਕੱਲ ਹੀ ਰਿਸੀਵ ਕੀਤਾ ਹੈ, ਟੋਟਲ 12 ਨੇ, ਯਾਦ ਰੱਖ ਲਿਓ। ਜਿਹੜਾ ਲੇਟੈਸਟ ਹੈ P8I, ਇਹਦਾ ਨਾਮ ਵੀ ਯਾਦ ਰੱਖਣਾ ਕੀ ਹੈ ਰਾਜੇ, ਇਹਦਾ ਨਾਮ ਹੈਗਾ P8I। ਕਈ ਜਗ੍ਹਾ ਤੇ ਐਂ ਲਿਖਿਆ ਹੋਊਗਾ P8 ਕੈਪੀਟਲ I ਲਿਖਿਆ ਹੋਇਆ, ਤਾਂ ਧਿਆਨ ਦੇ ਨਾਲ। ਤਾਂ P8I ਇਹਦਾ ਨਾਮ ਹੈ ਰਾਜੇ, ਕਨਫਿਊਜ਼ ਨਹੀਂ ਹੋਣਾ, P8L 8 ਕਿਉਂ ਨਹੀਂ ਹੋਣਾਗਾ, P8I। ਟੋਟਲ ਹੈਗੇ ਨੇ 12। ਤਾਂ ਬੋਇੰਗ ਐਂਡ ਇੰਡੀਆ ਵਰਕਸ ਗਰੁੱਪ ਜਿਹੜਾ ਹੈਗਾ, ਇੰਡੀਆ 에ਅਰ ਵਰਕਸ ਗਰੁੱਪ ਹੈ, ਉਹਨਾਂ ਦੋਵਾਂ ਨੇ ਕੋਲੈਬੋਰੇਟ ਕੀਤਾ ਇਹਦੇ ਵਾਸਤੇ। ਤਾਂ ਆਪਾਂ ਗੱਲ ਕਰਦੇ, ਥੋੜਾ ਜਿਹਾ ਪੜ੍ਹ ਲੈਣੇ। ਜਿਹੜੇ ਬੋਇੰਗ ਕੰਪਨੀ ਹੈ ਰਾਜੇ, ਉਹ ਬੇਸਿਕਲੀ ਹੈ ਕੀ ਹੈ ਕਿ ਬੋਇੰਗ ਕੰਪਨੀ ਕੀ ਇੱਕ ਅਮਰੀਕੀ ਬਹੁਰਾਸ਼ਟਰੀ ਕਾਰਪੋਰੇਸ਼ਨ ਹੈ, ਜੋ ਦੁਨੀਆ ਭਰ ਦੇ ਵਿੱਚ ਹਵਾਈ ਜਹਾਜ਼, ਠੀਕ ਹੈ, ਰੋਟਰ ਕਰਾਫਟ ਹੋ ਗਏ, ਰਾਕਟ ਹੋ ਗਏ, ਉਪਗ੍ਰਹਿ ਹੋ ਗਏ, ਸਾਰਾ ਸਮਾਨ ਦਾ ਕੀ ਕਰਦੀ ਹੈ, ਨਿਰਮਾਣ ਕਰਦੀ ਹੈ ਤੇ ਵਿਕਰੀ ਕਰਦੀ ਹੈ ਮਿਜ਼ਾਈਲਾਂ ਵਗੈਰਾ ਦੀ, ਠੀਕ ਹੈ। ਤਾਂ ਟੋਟਲ ਇੰਡੀਆ ਕੋਲੇ 12 ਨੇ, ਇਹ ਗੱਲ ਯਾਦ ਰੱਖਣੀ ਹੈ ਤੁਸੀਂ। ਅੱਛਾ, ਕੱਲ ਮੈਂ ਤੁਹਾਨੂੰ ਕਰਾਇਆ ਸੀਗਾ ਇੰਡੀਅਨ 에ਅਰ ਫੋਰਸ ਦੇ ਜਿਹੜੇ ਚੀਫ ਨੇ, ਜਿਹਨੂੰ, ਠੀਕ ਹੈ, ਚੀਫ ਕੌਣ ਨੇ, ਠੀਕ ਹੈ, ਜਾਂ ਚੇਅਰਪਰਸਨ ਕਹਿ ਲਓ ਜਾਂ ਹੈਡ ਕਹਿ ਲਓ, ਠੀਕ ਹੈ, ਕੌਣ ਨੇ, ਮੈਂ ਕੱਲ ਹੀ ਕਰਵਾਇਆ, ਤੁਸੀਂ ਮੈਨੂੰ ਕਮੈਂਟ ਕਰਨਾ। ਅੱਗੇ ਗੱਲ ਕਰਦੇ ਹਾਂ ਜੀ, ਔਨ ਵਿਚ ਡੇਟ ਵਰਲਡ ਥੈਲੇਸੀਮੀਆ ਡੇ 2022 ਇਜ਼ ਅਬਜ਼ਰਵਡ। ਥੈਲੇਸੀਮੀਆ ਕੀ ਹੁੰਦਾ ਰਾਜੇ? ਇੱਕ ਨਾ ਇਹ ਡਿਸਆਰਡਰ ਹੈ ਜਿਹੜਾ ਆਪਾਂ ਨੂੰ ਪੇਰੈਂਟ ਤੋਂ ਮਿਲਦਾ ਹੈ, ਪੇਰੈਂਟ ਤੋਂ ਮਿਲਦਾ। ਇਹਦੇ ਵਿੱਚ ਨਾ ਖੂਨ ਦੀ ਕਮੀ ਹੁੰਦੀ ਹੈ, ਆਪਣੇ 'ਚ ਨਾ ਹੀਮੋਗਲੋਬਿਨ ਪੂਰਾ ਬਣਦਾ ਨਹੀਂਗਾ। ਜਾਂ ਇਹ ਕਹਿ ਸਕਦੇ ਹਾਂ ਮਤਲਬ ਜਦੋਂ ਮਤਲਬ ਇਹ ਡੇ ਮਨਾਉਂਦੇ ਤਾਂ ਹੈ ਕਿ ਡਿਊਰਿੰਗ ਪ੍ਰੈਗਨੈਂਸੀ ਅਵੇਅਰ ਕਰਨ ਵਾਸਤੇ ਮਦਰਸ ਨੂੰ ਕਿ ਉਹ ਡਾਈਟ ਪੂਰੀ ਲਵੇ ਆਪਣੀ, ਠੀਕ ਹੈ। ਨਹੀਂ ਤਾਂ ਇਹ ਕੀ ਹੈ, ਇੱਕ ਇਨਹੈਰੀਟਿਡ ਬਿਮਾਰੀ ਹੈ ਜਿਹੜੀ ਆਪਣੇ ਆਪਣੇ ਮਾਂ ਪਿਓ ਤੋਂ ਮਿਲਦੀ ਹੈ। ਇਹਨੂੰ ਕਹਿ ਦਿੰਦੇ ਆ ਥੈਲੇਸੀਮੀਆ, ਠੀਕ ਹੈ। ਇਹ ਮਨਾਇਆ ਕਦੋਂ ਜਾਂਦਾ ਰਾਜੇ, ਕਿਸ ਡੇ ਨੂੰ ਮਨਾਇਆ ਜਾਂਦਾ? ਜਿਹੜਾ ਥੈਲੇਸੀਮੀਆ ਡੇ ਹੈ, ਇਹ ਆਪਣਾ ਕੀ ਆ 8 ਮਈ ਨੂੰ ਮਨਾਇਆ ਜਾਂਦਾ ਹੈ, ਠੀਕ ਹੈ, 8 ਤਰੀਕ ਨੂੰ ਮਨਾਇਆ ਜਾਂਦਾ ਰਾਜੇ। ਤਾਂ ਇਹਦਾ ਥੀਮ ਆਪਾਂ ਪੜ੍ਹ ਲੈਂਦੇ ਹਾਂ ਰਾਜੇ। ਇਹ ਥੀਮ ਕੀ ਹੈ ਇਹਦਾ? ਕਹਿੰਦੇ ਬੀ ਅਵੇਅਰ ਸ਼ੇਅਰ ਕੇਅਰ, ਠੀਕ ਹੈ, ਬੀ ਅਵੇਅਰ ਸ਼ੇਅਰ ਕੇਅਰ। ਉਸ ਤੋਂ ਅੱਗੇ ਵੀ ਪੂਰਾ ਥੀਮ ਕੀ ਹੈ? ਵਰਕਿੰਗ ਵਿਦ ਦਾ ਗਲੋਬਲ ਕਮਿਊਨਿਟੀ ਐਜ਼ ਵਨ ਆਫ ਦਾ ਇੰਪਰੂਵ ਥੈਲੇਸੀਮੀਆ ਨੌਲੇਜ। ਮਤਲਬ ਕਿ ਇਹਦੇ ਬਾਰੇ ਆਪਾਂ ਨੂੰ ਜ਼ਿਆਦਾ ਨੌਲੇਜ ਹੀ ਨਹੀਂ ਹੁੰਦੀ, ਸ਼ਾਇਦ ਤੁਹਾਡੇ ਵਿੱਚੋਂ ਵੀ ਕਈਆਂ ਨੇ ਪਹਿਲੀ ਵਾਰੀ ਸੁਣਿਆ ਹੋਊਗਾ ਵਰਲਡ ਥੈਲੇਸੀਮੀਆ ਡੇ, ਠੀਕ ਹੈ। ਤਾਂ ਇਹਦੇ ਅਬਾਊਟ ਅਵੇਅਰਨੈਸ ਵਾਸਤੇ ਇਹ ਮਨਾਇਆ ਜਾਂਦਾ ਰਾਜੇ। ਇਹ ਹੁੰਦਾ ਕੀ ਹੈ, ਕਹਿੰਦਾ ਇੱਕ ਵਿਰਾਸਤ ਦੇ ਵਿੱਚ, ਹਨਾ, ਇਹ ਆਪਾਂ ਨੂੰ ਕੀ ਆਪਣੀ ਜਨਰੇਸ਼ਨ ਵਾਈਜ਼, ਜਨਰੇਸ਼ਨ ਟੂ ਜਨਰੇਸ਼ਨ ਮਿਲਦਾ, ਠੀਕ ਹੈ। ਇੱਕ ਪ੍ਰਾਪਤ ਖੂਨ ਸੰਬੰਧੀ ਵਿਗਾੜ ਹੈ। ਵਿਗਾੜ ਦਾ ਮਤਲਬ ਕੀ ਹੈ ਕਿ ਖੂਨ ਸੰਬੰਧੀ ਇੱਕ ਬਿਮਾਰੀ ਹੈ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਆਕਸੀਜਨ ਲੈ ਜਾਣ ਵਾਲੇ ਜਿਹੜੇ ਪ੍ਰੋਟੀਨ, ਜਿਹਨੂੰ ਆਪਾਂ ਹੀਮੋਗਲੋਬਿਨ ਬੋਲਦੇ ਆ, ਉਹ ਆਮ ਨਾਰਮਲ ਬੋਡੀ ਨਾਲੋਂ ਕੀ ਹੁੰਦੇ ਆ, ਘੱਟ ਹੁੰਦੇ ਆ।
ਤਾਂ ਆਪਾਂ ਕਹਿ ਸਕਦੇ ਹਾਂ ਕਿ ਹੀਮੋਗਲੋਬਿਨ ਦੀ ਜਿਹੜੀ ਕੀ ਹੁੰਦੀ ਹੈ, ਕਮੀ ਹੁੰਦੀ ਸਰੀਰ ਦੇ ਵਿੱਚ, ਤੇ ਇਨਹੈਰਿਟਡ ਬਿਮਾਰੀ ਜਿਹੜੀ ਆਪਣੇ ਮਾਪਿਓ ਤੋਂ ਮਿਲਦੀ ਹੈ। ਤਾਂ ਯਾਦ ਰੱਖ ਲਿਓ, ਇਹਦਾ ਥੀਮ ਯਾਦ ਰੱਖ ਲਿਓ, ਕਦੋਂ ਮਨਾਇਆ ਜਾਂਦਾ, 8 ਮਈ ਨੂੰ। ਅੱਗੇ ਗੱਲ, ਹਾਂਜੀ ਬੇਟਾ, ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ। ਕਹਿੰਦਾ ਜੀ ਡੈਸ਼ ਹੈਜ਼ ਕਲਾਈਮਡ ਮਾਊਂਟ ਐਵਰੈਸਟ ਦਾ ਟਾਲੈਸਟ ਪੀਕ ਇਨ ਦਾ ਵਰਲਡ ਫॉर ਦਾ 26 ਟਾਈਮ ਟੂ ਸੈਟ ਅ ਨਿਊ ਵਰਲਡ ਰਿਕਾਰਡ। ਦੇਖੋ ਕਿੰਨਾ ਵਧੀਆ ਰਿਕਾਰਡ ਬਣਾਇਆ, 26 ਵਾਰੀ ਦੇਖੋ ਮਾਊਂਟ ਐਵਰੈਸਟ ਨੂੰ ਸਰ ਕੀਤਾ ਹੈ। ਇੱਕ ਤਾਂ ਤੁਸੀਂ ਮੈਨੂੰ ਇਹ ਦੱਸਣਾ ਜਿਹੜਾ ਮਾਊਂਟ ਐਵਰੈਸਟ ਹੈਗੀ ਹੈ ਰਾਜੇ, ਉਹ ਕਿੱਥੇ ਹੈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਮਾਊਂਟ ਐਵਰੈਸਟ ਹੈ ਕਿੱਥੇ ਹੈ ਤੇ ਉਹਦੀ ਉਚਾਈ ਕਿੰਨੀ ਹੈ? ਇਹ ਦੋਨੇ ਕੁਐਸਚਨ ਤੁਸੀਂ ਮੈਨੂੰ ਕੀ ਕਰਨੇ ਨੇ, ਇਹ ਕਮੈਂਟ ਬਾਕਸ ਦੇ ਵਿੱਚ ਕਰਨੇ ਨੇ। ਹੁਣ ਆਪਾਂ ਗੱਲ ਕਰੀਏ ਕੌਣ ਹੈ ਜੀ, ਐਂਜਰੀਟਾ ਹੈ, ਕੈਂਟਲ ਕੂਲ ਜਾਂ ਡੈਵ ਹੈਨ, ਮਲੀਸਾ ਅਰਨੌਟ ਜਾਂ ਕਾਮੀਰੀਤਾ ਸ਼ੈਰਪਾ। ਤਾਂ ਇਹ ਹੈਗੇ ਨੇ ਜੀ ਕੈਮੀਰੀਤਾ ਸ਼ੈਰਪਾ। ਇਹਨਾਂ ਨੇ ਕੀ ਕੀਤਾ ਜੀ, ਇਹ ਮਾਊਂਟ ਐਵਰੈਸਟ ਨੂੰ ਸਰ ਕੀਤਾ 26 ਵਾਰੀ। ਇਹਨਾਂ ਨੇ ਆਪਣਾ ਹੀ ਰਿਕਾਰਡ ਤੋੜਿਆ। ਆ ਹੈਗਾ ਜੀ ਉਹ ਬੰਦਾ। ਤਾਂ ਆਪਾਂ ਪੜ੍ਹ ਲੈਂਦੇ ਹਾਂ ਜੀ, ਇਹ ਨੇਪਾਲ ਦੇ ਨੇ। ਦੇਖੋ ਜ਼ਿਆਦਾਤਰ ਇਹ ਨੇਪਾਲੀ ਹੁੰਦੇ ਨੇ। ਤਾਂ ਕਹਿੰਦਾ ਜੀ ਨੇਪਾਲ ਦੇ ਜਿਹੜੇ ਮਹਾਨ ਪਰਬਤ ਹੋ ਰਹੀ ਆ ਕਾਮੀਰੀਤਾ ਸ਼ੈਰਪਾ, ਉਹਨੇ 26ਵੀਂ ਵਾਰ ਕਹਿੰਦਾ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ। ਠੀਕ ਹੈ ਜੀ, 11 ਮੈਂਬਰ ਸੀ ਇਸ ਮਤਲਬ ਕਿ ਟੀਮ ਦੇ ਵਿੱਚ ਜਾਂਦੇ ਆ। ਤਾਂ ਸਭ ਤੋਂ ਅੱਗੇ ਟੀਮ ਦੀ ਅਗਵਾਈ ਕੌਣ ਕਰ ਰਹੇ ਸੀਗੇ, ਇਹ ਹੈਡ ਸੀਗੇ, ਤਾਂ ਇਹਨਾਂ ਦਾ ਨਾਮ ਕੀ ਆਇਆ, ਸੁਰਖੀਆਂ ਦੇ ਵਿੱਚ ਆਇਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਇਹਦੇ ਵਿੱਚ ਨਾ ਕੁਝ ਆਪਾਂ ਆ ਪੜ੍ਹ ਲੈਂਦੇ ਜਿਹੜੇ ਐਂਜਰੀਟਾ ਜੀ ਕੌਣ ਨੇ। ਠੀਕ ਹੈ ਜੀ, ਐਂਜਰੀਟਾ ਜੀ ਹੈਗੇ ਨੇ ਜਿਨ੍ਹਾਂ ਨੇ ਵਿਦਾਊਟ ਸਪਲੀਮੈਂਟ ਮਤਲਬ ਕਿ ਵਿਦਾਊਟ ਆਕਸੀਜਨ ਨੂੰ ਸਰ ਕੀਤਾ, ਵਿਦਾਊਟ ਆਕਸੀਜਨ। ਠੀਕ ਹੈ ਜੀ, ਇਹਨਾਂ ਨੇ ਕੀ ਕੀਤਾ, ਵਿਦਾਊਟ ਜਿਹੜੀ ਸਪਲੀਮੈਂਟ ਆਕਸੀਜਨ ਹੁੰਦੀ ਹੈ ਉਹਦੇ ਬਿਨਾ ਕੀ ਕੀਤਾ, ਇਸ ਚੋਟੀ ਨੂੰ ਕੀ ਕੀਤਾ, ਸਰ ਕੀਤਾ ਮਾਊਂਟ ਐਵਰੈਸਟ ਨੂੰ। ਠੀਕ ਹੈ ਜੀ, ਮੈਂ ਇੱਥੇ ਲਿਖ ਦਿੰਦਾ ਮਾਊਂਟ ਐਵਰੈਸਟ। ਠੀਕ ਹੈ, ਇਹ ਯਾਦ ਰੱਖ ਲਿਓ, ਐਂਜਰੀਟਾ ਉਹ ਹੈ ਜਿਹਨੇ ਵਿਦਾਊਟ ਆਕਸੀਜਨ ਕੀਤਾ। ਅਗਰ ਮੈਂ ਗੱਲ ਕਰਾਂ ਕੈਂਟਨ ਕੂਲ ਤੇ ਡੈਵ ਹੈਨ ਦੀ, ਕੈਂਟਨ ਕੂਲ ਤੇ ਡੈਨ ਹੈਲ ਕੀ ਆ, ਜਿਹੜੇ ਨੌਨ ਨੇਪਾਲੀ ਹੈ, ਮਤਲਬ ਜ਼ਿਆਦਾਤਰ ਬੰਦੇ ਕਿਹੜੇ ਹੁੰਦੇ ਆ, ਨੇਪਾਲ ਦੇ ਹੁੰਦੇ ਆ ਜਿਹੜੇ ਕਿ ਇਸ ਚੋਟੀ ਨੂੰ ਸਰ ਕਰਦੇ, ਜਾਂ ਨੇਪਾਲ ਦੇ ਹੁੰਦੇ ਜਾਂ ਤਿੱਬਤੀਅਨ ਹੁੰਦੇ ਆ। ਠੀਕ ਹੈ, ਕੀ ਹੁੰਦੇ ਆ, ਤਿੱਬਤੀਅਨ ਹੁੰਦੇ ਜਾਂ ਨੇਪਾਲੀ ਹੁੰਦੇ ਆ। ਅਗਰ ਮੈਂ ਮਲੀਸਾ ਅਰਨੌਟ ਦੀ ਗੱਲ ਕਰਾਂ, ਮਲੀਸਾ ਅਰਨੌਟ ਕੀ ਨੇ ਰਾਜੇ, ਇਹ ਮਤਲਬ ਕਿ USA ਦੀ ਲੇਡੀ ਸੀਗੀ। ਤਾਂ ਇਹਨੇ ਇਹ ਸਰ ਕੀਤੀ ਹੋਈ ਹੈ। ਤਾਂ ਕੀਮਾ ਰੀਟਾ ਸ਼ੈਰਪਾ, ਇਹਦੇ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾ। ਠੀਕ ਹੈ, ਤਾਂ ਕਲੀਅਰ ਹੈ ਜੀ, 26 ਵਾਰੀ ਇਹਨਾਂ ਨੇ ਦੇਖੋ ਰਿਕਾਰਡ ਇਹਨਾਂ ਦਾ ਕਾਇਮ ਕੀਤਾ, ਇਹਨਾਂ ਨੇ ਆਪਣਾ ਰਿਕਾਰਡ ਤੋੜਿਆ। ਅੱਗੇ ਫਿਰ ਜੀ ਇਹ ਆਪਣਾ ਜਿਹੜਾ ਕੁਐਸਚਨ ਹੈਗਾ ਇਹ ਇਸ ਤਰ੍ਹਾਂ ਹੀ ਹੈਗਾ। ਕਹਿੰਦਾ ਜੀ ਰੀਸੈਂਟਲੀ ਕਹਿੰਦਾ ਹੂ ਬਿਕਮ ਦਾ ਫਸਟ ਇੰਡੀਅਨ। ਜਦੋਂ ਕੋਈ ਚੀਜ਼ ਫਸਟ ਹੋ ਜਾਂਦੀ ਹੈ ਔਰ ਨਾਲ ਇੰਡੀਅਨ ਹੋ ਜਾਂਦੀ ਹੈ ਤਾਂ ਉਹ ਤਾਂ ਮੋਸਟ ਇੰਪੋਰਟੈਂਟ ਬਣ ਜਾਂਦੀ ਹੈ ਆਪਣੇ ਪੇਪਰ ਵਾਸਤੇ। ਕਹਿੰਦਾ ਜੀ ਹੂ ਬਿਕਮ ਦਾ ਫਸਟ ਇੰਡੀਅਨ ਟੂ ਕਲਾਈਮ 5 ਪੀਕਸ ਅਬਵ ਦਾ 8000 ਮੀਟਰ। ਪੰਜ ਚੋਟੀਆਂ ਸਰ ਕੀਤੀਆਂ ਜਿਨ੍ਹਾਂ ਦੀ ਹਾਈਟ ਕੀ 8000 ਤੋਂ ਉੱਪਰ ਸੀਗੀ। ਕੌਣ ਨੇ ਜੀ ਉਹ, ਅੰਸ਼ੂ ਜਮਨਸਪੇਪਾ, ਸੰਗੀਤਾ ਸਿੰਧੀ ਬੈਲ ਜਾਂ ਪ੍ਰਿਯੰਕਾ ਮੋਹਿਤੇ। ਤਾਂ ਰਾਈਟ ਆਂਸਰ ਹੈਗਾ ਜੀ ਇਹ ਪ੍ਰਿਯੰਕਾ ਮੋਹਿਤੇ। ਇਹ ਹੈਗੀ ਹੈ ਜੀ ਕੁੜੀ, ਆਹ ਦੇਖੋ ਛੋਟੀ ਉਮਰ ਦੀ ਹੈ। ਤਾਂ ਦੇਖੋ ਪ੍ਰੋਫੈਸ਼ਨਲੀ ਇਹ ਕੀ ਨੇ, ਇਹ ਕਲਾਈਂਬਰ ਨਹੀਂ ਹੈਗੇ ਸਪੈਸ਼ਲੀ। ਤਾਂ ਇਹ ਹੈਗੇ ਜੀ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਕੰਮ ਕਰਦੇ ਆ। ਦੇਖੋ ਬੰਦੇ ਦੇ ਵਿੱਚ ਜਨੂਨ ਹੋਣਾ ਚਾਹੀਦਾ, ਬੰਦਾ ਕੀ ਨਹੀਂ ਕਰ ਸਕਦਾ। ਤਾਂ ਆਪਣੇ ਸ਼ੌਂਕ ਨਾ ਕਦੇ ਮਰਨ ਦਿਆ ਕਰੋ, ਜੋ ਤੁਹਾਡੇ ਸ਼ੌਂਕ ਹੈ ਉਹ ਪੂਰੇ ਹੋਣਗੇ ਜਦੋਂ ਤੁਸੀਂ ਜੌਬ ਲੱਗ ਗਏ। ਤਾਂ ਜੌਬ ਆਪਣਾ ਇੱਕ ਪ੍ਰਾਇਮਰੀ ਨੀਡ ਹੈ, ਬਟ ਆਪਾਂ ਆਪਦੇ ਸ਼ੌਂਕ ਤੁਹਾਡਾ ਕੋਈ ਵੀ ਹੋ ਸਕਦਾ। ਮੰਨ ਲਓ ਕਿਸੇ ਨੇ ਆਰਟਿਸਟ ਬਣਨਾ ਹੈ, ਕਿਸੇ ਨੇ ਕੁਝ ਬਣਨਾ ਹੈ, ਕਿਸੇ ਨੇ ਸਿੰਗਰ ਬਣਨਾ ਹੈ, ਉਹ ਆਪਾਂ ਆਪਦੇ ਅੰਦਰ ਜਿੰਦਾ ਰੱਖਣੀ ਹੈ ਚੀਜ਼। ਠੀਕ ਹੈ, ਉਹ ਚੀਜ਼ ਨੂੰ ਆਪਾਂ ਮਰਨ ਨਹੀਂ ਦੇਣਾ ਕਦੇ ਵੀ। ਤਾਂ ਕਹਿੰਦਾ ਜੀ ਮਹਾਰਾਸ਼ਟਰ ਦੇ ਜਿਹੜੇ ਕਹਿੰਦੇ 17 ਜ਼ਿਲ੍ਹੇ ਦੀ ਕੁੜੀ ਹੈ ਪ੍ਰਿਯੰਕਾ ਮੋਹਿਤੇ, ਇਹਨੇ 8000 ਮੀਟਰ ਦੀਆਂ 5 ਚੋਟੀਆਂ ਤੇ ਚੜ੍ਹਨ ਦਾ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ, ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਤਾਂ ਇਹਨੇ ਜੀ ਕੰਚਨਜੰਗਾ ਪਰਬਤ ਤੇ ਚੜ੍ਹ ਕੇ ਉਪਲਬਧੀ ਹਾਸਲ ਕੀਤੀ ਹੈ ਲਾਸਟ ਟਾਈਮ। ਮਤਲਬ ਇਹ ਜਿਹੜੀ 5ਵੀਂ ਚੋਟੀ ਇਹਨੇ ਆ ਸਰ ਕੀਤੀ ਹੈ ਤੇ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਕੰਮ ਕਰਦੇ ਆ ਬੈਂਗਲੁਰੂ ਦੇ ਵਿੱਚ। ਤਾਂ ਆਪਾਂ ਅਗਰ ਗੱਲ ਕਰੀਏ ਰਾਜੇ ਦੇ ਵਿੱਚ ਥੋੜਾ ਜਿਹਾ ਆਪਾਂ ਇਹਨਾਂ ਬਾਰੇ ਪੜ੍ਹ ਲੈਣੇ। ਜਿਹੜੀ ਅੰਸ਼ੂ ਹੈਗੀ ਹੈ, ਇਹ ਅੰਸ਼ੂ ਜੀ ਹੈਗੇ ਨੇ ਜਿਹੜੇ, ਇਹ ਵੀ ਇੱਕ ਇੰਡੀਅਨ ਕਲਾਈਂਬਰ ਹੈ। ਤਾਂ ਇਹਨੇ ਕੀ ਕੀਤਾ ਜੀ, ਇਹਨੇ ਜਿਹੜੀ ਫਸਟ ਵੂਮਨ ਬਣੀ ਹੈ, ਇਹ ਵੀ ਫਸਟ ਵੂਮਨ ਬਣੀ ਸੀਗੀ ਜਿਹਨੇ ਕਿ ਇੱਕੋ ਸੀਜ਼ਨ ਦੇ ਵਿੱਚ ਮਾਊਂਟ ਐਵਰੈਸਟ ਨੂੰ ਸਰ ਕੀਤਾ। ਠੀਕ ਹੈ, ਇੱਕੋ ਸੀਜ਼ਨ ਦੇ ਵਿੱਚ 2 ਵਾਰੀ ਕੀ ਕੀਤਾ, ਟਵਾਈਸ ਇਨ ਅ ਸੀਜ਼ਨ। ਕਹਿਣ ਦਾ ਮਤਲਬ ਜਿਵੇਂ ਆਪਾਂ ਮੰਨ ਲਓ ਇੱਕ ਬੰਦਾ ਹੁਣ ਚੜ ਗਿਆ, ਇੱਕ 4 ਸਾਲ ਬਾਅਦ 5 ਸਾਲ ਬਾਅਦ ਚੜਿਆ ਚੋਟੀ ਤੇ, ਹਨਾ, ਉਹ ਨਹੀਂ, ਇੱਕੋ ਸੀਜ਼ਨ ਦੇ ਵਿੱਚ 2 ਵਾਰੀ ਇਹਨੇ ਕੀ ਕੀਤੀ ਹੈ, ਮਾਊਂਟ ਐਵਰੈਸਟ ਨੂੰ ਸਰ ਕੀਤਾ। ਠੀਕ ਹੈ, ਅੰਸ਼ੂ ਨੇ। ਅਗਰ ਮੈਂ ਗੱਲ ਕਰਾਂ ਰਾਜੇ ਥੋੜੀ ਸੰਗੀਤਾ ਸਿੰਧੀ ਬੈਲ। ਸੰਗੀਤਾ ਸਿੰਧੀ ਬੈਲ ਕੌਣ ਨੇ ਰਾਜੇ, ਇਹ ਜੰਮੂ ਕਸ਼ਮੀਰ ਦੀ ਇੱਕ ਲੇਡੀ ਹੈ ਜਿਹਨੇ ਸਭ ਤੋਂ ਵੱਧ ਉਮਰ, ਏਜ ਹੈਗੀ ਹੈ ਜੀ ਇਹਨਾਂ ਦੀ 53, ਮਤਲਬ ਸਭ ਤੋਂ 올ਡੈਸਟ ਜਿਹੜੀ ਕਲਾਈਂਬਰ ਬਣੀ ਹੈ ਇਹ, ਜਿਹਨੇ ਕਿ ਮਾਊਂਟ ਐਵਰੈਸਟ ਨੂੰ ਸਰ ਕੀਤਾ, ਜੰਮੂ ਕਸ਼ਮੀਰ ਨੂੰ ਬਿਲੋਂਗ ਕਰਦੀ ਹੈ। ਇਹਨਾਂ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਪ੍ਰਿਯੰਕਾ ਮੋਹਿਤੇ ਜੀ ਬਾਰੇ। ਓਕੇ ਹੈ ਜੀ, ਅੱਗੇ ਚੱਲਦੇ ਹਾਂ ਜੀ ਆਪਾਂ। ਲਾਸਟ ਅੱਜ ਦਾ ਕੁਐਸਚਨ ਹੈ, ਕਹਿੰਦਾ ਜੀ ਵਾਟ ਇਜ਼ ਇੰਡੀਅਨ ਰੁਪੀਜ਼ ਆਲ ਟਾਈਮ ਲੋ ਰਿਕਾਰਡ ਅਗੇਂਸਟ US ਡਾਲਰ। ਠੀਕ ਹੈ, ਇਹ ਆਪਾਂ ਨਾਰਮਲ ਦੀ ਗੱਲ ਨਹੀਂ ਕਰ ਰਹੇ। ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਜੀ ਕਿ $1 ਕਿੰਨੇ, ਜਿਵੇਂ ਆਪਾਂ ਕਹਿ ਦਿੰਦੇ ਆ ਇੱਕ USD ਡਾਲਰ ਜਿਹੜਾ ਹੈਗਾ ਕਿੰਨੇ ਰੁਪੀਜ਼ ਦੇ ਬਰਾਬਰ ਹੈ, ਉਹ ਗੱਲ ਨਹੀਂ ਹੈਗੀ। ਇਹ ਸ਼ੇਅਰ ਮਾਰਕੀਟ ਦੀ ਗੱਲ ਹੈ ਕਿ ਸਟਾਰਟਿੰਗ ਦੇ ਵਿੱਚ ਜਦੋਂ ਮਾਰਕੀਟ ਖੁੱਲਦੀ ਹੈ ਉੱਥੇ ਇੰਡੀਅਨ ਰੁਪੀਜ਼ ਦਾ ਕੀ ਰੇਟ ਹੁੰਦਾ ਹੈ। ਤਾਂ ਪਹਿਲੀ ਵਾਰੀ ਇਹ ਨੀਚਲੇ ਸਤਰ ਤੇ ਗਿਆ, ਬਹੁਤ ਘੱਟ ਰਿਕਾਰਡ ਤੇ ਗਿਆ। ਕਿੰਨਾ ਗਿਆ ਰਾਜੇ, 77.42 ਗਿਆ। ਠੀਕ ਹੈ, 77.42 ਗਿਆ $1 ਦੇ ਮੁਕਾਬਲੇ।
ਤਾਂ ਇਹ ਮਤਲਬ ਕਿ ਬਹੁਤ ਲੋ ਰਿਕਾਰਡ ਮਤਲਬ ਕਿ ਇਸ ਕੀਤਾ ਗਿਆ ਰਿਕਾਰਡ। ਠੀਕ ਹੈ, ਇਹ ਹੋ ਸਕਦਾ ਤੁਹਾਨੂੰ ਪੁੱਛਿਆ ਜਾਵੇ ਕਿਉਂਕਿ ਪਹਿਲੀ ਵਾਰੀ ਹੋਇਆ, ਬਹੁਤ ਲੋ ਰਿਕਾਰਡ ਤੇ ਗਿਆ। ਤਾਂ ਅੱਜ ਦੇ ਕਰੰਟ ਅਫੇਅਰ ਕਿਵੇਂ ਲੱਗੇ ਰਾਜੇ, ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਹੁਣ ਆਪਣਾ ਆ ਗਿਆ ਜੀ ਰਿਵੀਜ਼ਨ ਟਾਈਮ। ਤਾਂ ਰਿਵੀਜ਼ਨ ਵਾਲੇ ਤੁਹਾਡੇ 5 ਦੇ 5 ਕੁਐਸਚਨ ਠੀਕ ਹੋਣੇ ਚਾਹੀਦੇ ਆ। ਪਲੀਜ਼ ਜੇ ਨਹੀਂ ਹੋ ਰਹੇ ਠੀਕ ਤਾਂ ਤੁਸੀਂ ਵੀਡੀਓ ਨੂੰ ਰਿਪੀਟ ਕਰੋ ਵੱਧ ਤੋਂ ਵੱਧ। ਤਾਂ ਕਿਤੇ ਨਾ ਕਿਤੇ ਕਮੀ ਆ ਤੁਹਾਡੀ ਵੀਡੀਓ ਦੇਖਣ ਦੇ ਵਿੱਚ ਜੇ ਤੁਹਾਡੇ ਠੀਕ ਨਹੀਂ ਹੋ ਰਹੇ, ਕਿਉਂਕਿ ਦੇਖੋ ਬੇਟਾ ਬੈਸਟ ਐਨਾਲਿਸਿਸ ਤੁਸੀਂ ਆਪਣੇ ਆਪ ਨੂੰ ਤੁਸੀਂ ਕਰ ਸਕਦੇ ਹੋ, ਕੋਈ ਟੀਚਰ ਨਹੀਂ ਕਰ ਸਕਦਾਗਾ। ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੀ ਕਮੀ ਕਿੱਥੇ ਹੈ। ਤਾਂ ਕਹਿੰਦਾ ਜੀ ਸੰਤੋਸ਼ ਟਰਾਫੀ ਜਿਹੜੀ ਹੈਗੀ ਹੈ 2022 ਉਹ ਕਿਹੜੇ ਸਟੇਟ ਨੇ ਜਿੱਤੀ ਹੈ ਰਾਜੇ, ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਸਭ ਤੋਂ ਮਤਲਬ ਪਿਛਲੇ ਕਰੰਟ ਅਫੇਅਰ ਦੀ ਕਲਾਸ ਦੇ ਵਿੱਚ। ਤਾਂ ਇਹ ਹੈਗੀ ਹੈ ਜੀ ਕੇਰਲਾ ਨੇ ਜਿੱਤੀ ਹੈ। ਠੀਕ ਹੈ ਜੀ, ਕਲੀਅਰ ਹੈ। ਅੱਛਾ ਤੁਸੀਂ ਮੈਨੂੰ ਇਹ ਦੱਸ ਦਿਓ ਹਰਾਇਆ ਕਿਹਨੂੰ ਹੈ ਇਹਨਾਂ ਵਿੱਚੋਂ, ਤੁਸੀਂ ਸੋਚ ਲਓ ਦਿਮਾਗ ਦੇ ਵਿੱਚ। ਤਾਂ ਵੈਸਟ ਬੰਗਾਲ ਨੂੰ ਹਰਾਇਆ। ਠੀਕ ਹੈ ਜੀ, ਪੱਛਮੀ ਬੰਗਾਲ ਨੂੰ। ਅੱਗੇ ਹੈਗਾ ਜੀ ਕਹਿੰਦਾ ਰੀਸੈਂਟਲੀ ਵਿਚ ਕੰਟਰੀ ਕ੍ਰਿਕਟ ਟੀਮ ਬਿਕਮ ਦਾ ਨੰਬਰ 1 T20 ਠੀਕ ਹੈ ਟੀਮ ਇਨ ਦਾ ਐਨੂਅਲ ਟੈਸਟਿੰਗ ਰੈਂਕਿੰਗ। ਤਾਂ ਇਹਦੇ ਵਿੱਚ ਕਿਹੜੀ ਟੀਮ ਹੈ ਜੀ, ਆਪਣੇ ਭਾਰਤ ਦੀ ਟੀਮ ਹੈ। ਠੀਕ ਹੈ ਜੀ, ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਭਾਰਤੀ ਹਵਾਈ ਸੈਨਾ ਦੇ ਡਾਇਰੈਕਟਰ ਜਨਰਲ ਕਹਿੰਦਾ ਠੀਕ ਹੈ ਜੀ ਨਿਰੀਖਣ ਐਂਡ ਸੁਰੱਖਿਆ ਸੇਫਟੀ ਐਂਡ ਇੰਸਪੈਕਸ਼ਨ ਦੇ ਜਿਹੜੇ ਬਣੇ ਆ ਡਾਇਰੈਕਟਰ ਜਨਰਲ, ਅੱਜ ਕੱਲ ਹੀ ਕਰਵਾਇਆ ਸ਼ਾਇਦ ਮੈਨੂੰ ਲੱਗਦਾ। ਤਾਂ ਇਹਦਾ ਤੁਸੀਂ ਆਨਸਰ ਬਿਲਕੁਲ ਠੀਕ ਹੋਣਾ ਚਾਹੀਦਾ ਤੁਹਾਡਾ। ਤਾਂ ਇਹ ਹੈਗੇ ਨੇ ਜੀ ਆਪਣੇ ਸੰਜੀਵ ਕਪੂਰ। ਠੀਕ ਹੈ, ਕੱਲ ਹੀ ਕਰਾਇਆ। ਅੱਗੇ ਆ ਗਿਆ ਜੀ, ਆ ਵੀ ਸ਼ਾਇਦ ਮੈਂ ਕੱਲ ਕਰਾਇਆ, ਵਰਲਡ ਰੈੱਡ ਕਰਾਸ ਡੇ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਵਰਲਡ ਰੈੱਡ ਕਰਾਸ ਕਦੋਂ ਮਨਾਇਆ ਜਾਂਦਾ ਹੈ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, 8 ਮਈ ਨੂੰ ਮਨਾਇਆ ਜਾਂਦਾ। ਥੀਮ ਦੱਸ ਦਿਓ ਪਲੀਜ਼, ਥੀਮ ਦੱਸ ਕੇ ਜਾਇਓ ਆਪਣੇ ਕਮੈਂਟ ਬਾਕਸ ਦੇ ਵਿੱਚ। ਤਾਂ ਅੱਜ ਦਾ ਲਾਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ, ਨਾਸਾ ਦੇ ਕਹਿੰਦਾ ਜਲਵਾਯੂ ਖੋਜ ਵਿਗਿਆਨੀ ਦਾ ਨਾਮ ਦੱਸੋ ਜਿਸਨੇ ਵਰਲਡ ਫੂਡ ਪ੍ਰਾਈਜ਼ ਜਿੱਤਿਆ ਹੈ। ਤਾਂ ਇਹ ਵੀ ਤੁਹਾਨੂੰ ਆਉਂਦਾ ਹੋਊਗਾ ਭਾਈ, ਇਹ ਹੈਗਾ ਜੀ ਸਿੰਥੀਆ ਰੋਸਨਜ਼ਵੇਗ। ਠੀਕ ਹੈ ਜੀ, ਤਾਂ ਕਿਵੇਂ ਲੱਗੀ ਹੈ ਜੀ ਅੱਜ ਦੀ ਕਲਾਸ, ਤੇ ਆਈ ਹੋਪ ਤੁਹਾਨੂੰ ਸਭ ਕੁਝ ਪਸੰਦ ਆ ਰਿਹਾ ਹੋਊਗਾ। ਚੜ੍ਹਦੀ ਕਲਾ 'ਚ ਰੱਖੇ ਬਾਬਾ ਸਭ ਨੂੰ, ਤੇ ਸਾਰੇ ਤੰਦਰੁਸਤ ਰਹੋ, ਮਿਹਨਤਾਂ ਕਰੋ ਤੇ ਤੁਹਾਡੀ ਮਿਹਨਤਾਂ ਨੂੰ ਫਲ ਲੱਗੇ। ਤਾਂ ਸ਼ੁਕਰੀਆ ਜੀ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬੱਤ ਦਾ ਭਲਾ ਬਾਬਾ ਮਿਹਰ ਕਰੇ।